DRG Kids। ਕਹਾਣੀ ਜਾਦੂਈ ਡਮਰੂ। ਪ੍ਰੀਤਮਪੁਰਾ ਨਾਂ ਦਾ ਇੱਕ ਪਿੰਡ ਸੀ। ਉਸ ਪਿੰਡ ਵਿੱਚ ਵਿਨੋਦ ਆਪਣੇ ਬੁੱਢੇ ਪਿਓ ਦੇ ਨਾਲ ਰਹਿੰਦਾ ਸੀ। ਉਹ ਪਿੰਡ ਵਿੱਚੋਂ ਉਸੇ ਦਾ ਮਕਾਨ ਸਿਰਫ ਮਿੱਟੀ ਦਾ ਬਣਿਆ ਹੋਇਆ ਸੀ। ਉਹ ਵੀ ਹਰ ਪਾਸਿਓਂ ਖਰਾਬ ਹੋ ਗਿਆ ਸੀ। ਬਾਕੀ ਸਾਰਿਆਂ ਦੇ ਮਕਾਨ ਪੱਕੇ ਬਣੇ ਹੋਏ ਸਨ। ਵਿਨੋਦ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਸੀ, ਪਰ ਉਹਦੀ ਨੌਕਰੀ ਅਜੇ ਤੱਕ ਨਹੀਂ ਲੱਗੀ ਸੀ। ਉਹਦੇ ਸਾਰੇ ਦੋਸਤਾਂ ਦੀ ਨੌਕਰੀ ਲੱਗ ਚੁੱਕੀ ਸੀ। ਵਿਨੋਦ ਇੰਟਰਵਿਊ ਦੇਣ ਜਾਂਦਾ ਸੀ, ਪਰ ਉਹਦੀ ਨੌਕਰੀ ਨਹੀਂ ਲੱਗਦੀ ਸੀ। ਏਦਾਂ ਹੀ ਇੱਕ ਦਿਨ ਗੁਆਂਢ ਦੀ ਸ਼ਾਂਤੀ ਚਾਚੀ ਆਉਂਦੀ ਹੈ। ਹਾਂ ਬਈ ਬੇਟਾ ਵਿਨੋਦ, ਸੁਣਿਆ ਹੈ ਤੂੰ ਸ਼ਹਿਰ ਗਿਆ ਸੀ ਇੰਟਰਵਿਊ ਦੇਣ ਦੇ ਲਈ। ਹਾਂ ਚਾਚੀ, ਪਰ ਇਸ ਵਾਰ ਵੀ ਨੌਕਰੀ ਨਹੀਂ ਮਿਲੀ। ਹਾਏ, ਤੇਰੀ ਨੌਕਰੀ ਕਿਉਂ ਨਹੀਂ ਲੱਗਦੀ ਪਈ? ਤੇਰੇ ਨਾਲ ਦੇ ਪੜਨ ਵਾਲੇ ਸਾਰੇ ਮੁੰਡੇ ਤੇ ਸ਼ਹਿਰ 'ਚ ਹੀ ਸੈੱਟ ਹੋ ਗਏ ਨੇ। ਤੂੰ ਹੀ ਹੈ ਜਿਹਨੂੰ ਨੌਕਰੀ ਨਹੀਂ ਮਿਲਦੀ। ਸ਼ਾਂਤੀ ਬਹਿਨ, ਪਰ ਇਹਦੇ ਵਿੱਚ ਵਿਨੋਦ ਦੀ ਕੀ ਗਲਤੀ ਹੈ? ਨਾਲ ਪੜਨ ਵਾਲੇ ਸਾਰੇ ਮੁੰਡਿਆਂ ਵਿੱਚੋਂ ਸਭ ਤੋਂ ਤੇਜ਼ ਤਾਂ ਇਹੀ ਹੈ। ਪਰ ਹੁਣ ਕੀ ਕਰੀਏ, ਕਿਸਮਤ ਵੀ ਤੇਜ਼ ਹੋਣੀ ਚਾਹੀਦੀ ਹੈ। ਹਾਂ, ਉਹ ਤੇ ਹੈ। ਹੁਣ ਮੇਰੇ ਦੀਪਕ ਨੂੰ ਹੀ ਵੇਖ ਲਓ, 4 ਸਾਲ ਹੋ ਗਏ ਨੇ ਨੌਕਰੀ ਲੱਗੀ ਨੂੰ। ਚੰਗੇ ਪੈਸੇ ਕਮਾਉਂਦਾ ਪਿਆ ਹੈ। ਔਲਾਦ ਹੋਵੇ ਤਾਂ ਦੀਪਕ ਵਰਗੀ। ਇਹ ਕਹਿ ਕੇ ਉਹ ਚਲੀ ਜਾਂਦੀ ਹੈ। ਇਹ ਗੱਲ ਸੁਣ ਕੇ ਵਿਨੋਦ ਮਨ ਹੀ ਮਨ ਬੜਾ ਦੁਖੀ ਹੁੰਦਾ ਹੈ, ਪਰ ਕਿਸੇ ਨੂੰ ਕੁਝ ਨਹੀਂ ਕਹਿੰਦਾ। ਉਹਦੇ ਪਿਤਾ ਜੀ ਕਹਿੰਦੇ ਨੇ, ਪੁੱਤਰ, ਮੈਨੂੰ ਤੇਰੀ ਬੜੀ ਫਿਕਰ ਹੁੰਦੀ ਪਈ ਹੈ। ਮੈਂ ਤੇ ਮਾਮੂਲੀ ਜਿਹਾ ਕਿਸਾਨ ਹਾਂ, ਪਰ ਤੈਨੂੰ ਪੜ੍ਹਾ ਲਿਖਾ ਦਿੱਤਾ ਤਾਂ ਕਿ ਤੂੰ ਕੋਈ ਨੌਕਰੀ ਕਰ ਸਕੇ। ਸਾਡੇ ਕੋਲ ਤੇ ਇੰਨੀ ਜ਼ਮੀਨ ਵੀ ਨਹੀਂ ਹੈ ਕਿ ਉਹਦੇ ਸਹਾਰੇ ਜ਼ਿੰਦਗੀ ਕੱਟ ਸਕੀਏ। ਮੇਰੀ ਤੇ ਹੁਣ ਉਮਰ ਹੀ ਲੰਘ ਗਈ ਹੈ, ਪਰ ਤੇਰੇ ਸਾਹਮਣੇ ਤਾਂ ਪੂਰਾ ਭਵਿੱਖ ਹੈ। ਪਿਤਾ ਜੀ, ਮੈਂ ਸਭ ਸਮਝਦਾ ਹਾਂ, ਪਰ ਪਤਾ ਨਹੀਂ ਕਿਉਂ ਇੰਨੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਮੈਨੂੰ ਕਿਤੇ ਨੌਕਰੀ ਨਹੀਂ ਮਿਲਦੀ ਪਈ। ਮੈਂ ਤਾਂ ਰੱਬ ਨੂੰ ਬਸ ਇਹੀ ਕਹਿਣਾ ਕਿ ਹੁਣ ਤੇਰੀ ਨੌਕਰੀ ਲੱਗ ਜਾਵੇ ਤੇ ਤੇਰੀ ਜ਼ਿੰਦਗੀ ਆਰਾਮ ਨਾਲ ਲੰਘੇ। ਹੁਣ ਰੱਬ ਹੀ ਕੋਈ ਰਾਸਤਾ ਦਿਖਾਵੇਗਾ। ਪਿਤਾ ਜੀ ਨੂੰ ਇਹ ਫਿਕਰ ਸੀ ਕਿ ਵਿਨੋਦ ਦੇ ਕੋਲ ਕੋਈ ਕੰਮ ਨਹੀਂ ਹੈ ਤੇ ਨਾ ਹੀ ਉਹਦਾ ਵਿਆਹ ਹੋਇਆ ਹੈ। ਵਿਨੋਦ ਬਾਰ-ਬਾਰ ਸ਼ਹਿਰ ਜਾ ਕੇ ਨੌਕਰੀ ਦੀ ਇੰਟਰਵਿਊ ਦੇ ਕੇ ਆਉਂਦਾ, ਪਰ ਕਦੀ ਕੋਈ ਬੁਲਾਵਾ ਨਹੀਂ ਆਉਂਦਾ। ਇਸ ਵਾਰ ਵੀ ਉਹ ਇੰਟਰਵਿਊ ਦੇ ਕੇ ਆਇਆ ਸੀ ਤੇ ਚੁੱਪਚਾਪ ਮੰਜੇ ਉੱਤੇ ਲੰਬੇ ਪਿਆ ਪੰਖੇ ਵੱਲ ਵੇਖਦਾ ਪਿਆ ਸੀ। ਤੇ ਜਦੋਂ ਹੀ ਉਹਦੇ ਪਿਤਾ ਜੀ ਆਉਂਦੇ ਨੇ, ਪੁੱਤਰ, ਮੈਂ ਜਾਣਦਾ ਕਿ ਬਾਈ ਕੀ ਗੱਲ ਹੈ, ਇਸ ਲਈ ਪੁੱਛਾਂਗਾ ਨਹੀਂ ਮੈਂ। ਬਸ ਇੱਕ ਗੱਲ ਮੰਨ ਲੈ ਮੇਰੀ, ਕੋਈ ਛੋਟੀ ਮੋਟੀ ਨੌਕਰੀ ਕਰ ਲੈ। ਬਸ ਇਹੀ ਕਹਿਣ ਆਇਆ ਸੀ ਮੈਂ, ਸੋਚੀ ਜ਼ਰੂਰ। ਵਿਨੋਦ ਸਿਰ ਝੁਕਾ ਕੇ ਬੈਠਾ, ਅੱਖਾਂ ਵਿੱਚ ਅਥਰੂ ਲਿਆ ਸੋਚਦਾ ਹੈ। ਪਿਤਾ ਜੀ ਠੀਕ ਕਹਿੰਦੇ ਨੇ, ਕੋਈ ਛੋਟੀ ਮੋਟੀ ਨੌਕਰੀ ਕਰ ਲੈਣਾ। ਕੱਲ ਹੀ ਸ਼ਹਿਰ ਜਾ ਕੇ ਵੇਖਦਾ। ਅਗਲੇ ਦਿਨ ਉਹ ਫਿਰ ਦੁਬਾਰਾ ਸ਼ਹਿਰ ਗਿਆ ਤੇ ਦੁਬਾਰਾ ਉਹਦੀ ਕਿਸਮਤ ਨੇ ਉਹਦਾ ਸਾਥ ਨਹੀਂ ਦਿੱਤਾ। ਇਸ ਵਾਰ ਵੀ ਉਹ ਕਈ ਦਫ਼ਤਰਾਂ ਦੇ ਵਿੱਚ ਨੌਕਰੀ ਦੇ ਲਈ ਗਿਆ, ਪਰ ਸਾਰਿਆਂ ਨੇ ਉਹਨੂੰ ਮਨਾ ਕਰ ਦਿੱਤਾ। ਵਿਨੋਦ ਦੁਖੀ ਮਨ ਨਾਲ ਆਪਣੇ ਨਾਲ ਹੀ ਗੱਲ ਕਰਦਾ, ਵੱਡੀ ਤੇ ਦੂਰ ਮੈਨੂੰ ਛੋਟੀ ਨੌਕਰੀ ਵੀ ਨਹੀਂ ਮਿਲਦੀ ਪਈ। ਵਾਹ ਏ ਕਿਸਮਤ, ਕੀ ਦਿਨ ਦਿਖਾ ਰਹੀ ਹੈ। ਉਹ ਨਿਰਾਸ਼ ਮਨ ਲੈ ਕੇ ਸੜਕ ਦੇ ਕਿਨਾਰੇ ਇੱਕ ਪੇੜ ਦੇ ਥੱਲੇ ਬਹਿ ਜਾਂਦਾ ਹੈ ਤੇ ਸੋਚਦਾ ਹੈ, ਇੱਥੇ ਹੀ ਥੋੜੀ ਦੇਰ ਬੈਠ ਜਾਨਾ, ਟਾਈਮ ਵੀ ਨਿਕਲ ਜਾਊਗਾ ਤੇ ਰਾਤ ਵੀ ਪੈ ਜਾਊਗੀ ਤੇ ਕੋਈ ਰਾਸਤੇ ਵਿੱਚ ਨਹੀਂ ਵੇਖੂਗਾ, ਨਾ ਪੁੱਛੇਗਾ ਕਿ ਇੰਟਰਵਿਊ ਵਿੱਚ ਕੀ ਹੋਇਆ। ਉਹਨੂੰ ਬੜੀ ਭੁੱਖ ਲੱਗਦੀ ਹੈ, ਪਰ ਉਹਦੀ ਜੇਬ 'ਚ ਸਿਰਫ 50 ਰੁਪਏ ਪਏ ਸਨ। ਜੇ ਕੁਝ ਖਾਊਂਗਾ ਤਾਂ 50 ਰੁਪਏ ਝੱਟ ਖਤਮ ਹੋ ਜਾਣਗੇ। ਇਸ ਲਈ ਕੰਮ ਕਰਦਾ, 5 ਰੁਪਏ ਦੀ ਮੂੰਗਫਲੀ ਲੈ ਕੇ ਆਉਣਾ। ਥੋੜੀ ਹੁਣ ਖਾਊਂਗਾ, ਥੋੜੀ ਬਾਅਦ ਵਿੱਚ ਖਾ ਲੂੰਗਾ। ਇਹ ਸੋਚ ਕੇ ਵਿਨੋਦ 5 ਰੁਪਏ ਦੀ ਮੂੰਗਫਲੀ ਲੈ ਕੇ ਵਾਪਸ ਉਸੇ ਦਰਖਤ ਦੇ ਥੱਲੇ ਬਹਿ ਜਾਂਦਾ ਹੈ। ਮੂੰਗਫਲੀ ਖਾਂਦੇ ਖਾਂਦੇ ਅਚਾਨਕ ਉਹਦੀ ਨਜ਼ਰ ਦਰਖਤ ਦੇ ਕੋਲ ਪਏ ਇੱਕ ਸੋਹਣੇ ਜਿਹੇ ਡਮਰੂ ਉੱਤੇ ਪੈਂਦੀ ਹੈ। ਆਹ ਵੇਖੋ, ਕਿੰਨਾ ਸੋਹਣਾ ਡਮਰੂ ਹੈ, ਪਰ ਇਹਦੀ ਕਿਸਮਤ ਵੀ ਬਿਲਕੁਲ ਮੇਰੇ ਵਰਗੀ ਹੈ। ਨਾ ਇਹਨੂੰ ਕੋਈ ਪੁੱਛਦਾ ਪਿਆ ਹੈ, ਨਾ ਮੈਨੂੰ। ਕੋਈ ਕੰਮ ਮਿਲਿਆ ਤਾਂ ਇਹ ਡਮਰੂ ਵਜਾ ਕੇ ਮੈਂ ਥੋੜੇ ਪੈਸੇ ਕਮਾ ਲੂੰਗਾ। ਇਹ ਸੋਚ ਕੇ ਉਹ ਮਨ ਹੀ ਮਨ ਹੱਸਦਾ ਹੈ ਤੇ ਉਸ ਡਮਰੂ ਨੂੰ ਚੁੱਕ ਲੈਂਦਾ ਹੈ। ਪਤਾ ਨਹੀਂ ਕੌਣ ਇਹਨੂੰ ਇੱਥੇ ਸੁੱਟ ਕੇ ਚਲਾ ਗਿਆ। ਮੈਨੂੰ ਕੀ, ਮੈਂ ਇਹਨੂੰ ਆਪਣੇ ਨਾਲ ਲੈ ਕੇ ਜਾਊਂਗਾ।
ਇਹ ਕਹਿ ਕੇ ਉਹ ਡਮਰੂ ਵਜਾਉਣ ਲੱਗਦਾ ਹੈ। ਉਦੋਂ ਹੀ ਉਹਦੇ ਵਿੱਚੋਂ ਇੱਕ ਆਵਾਜ਼ ਆਉਂਦੀ ਹੈ। ਰੁਕ ਜਾ ਵਿਨੋਦ। ਕੌਣ ਹੈ ਇਹ? ਕੌਣ ਬੋਲਿਆ? ਵੇਖੋ, ਮੈਂ ਡਰਨ ਵਾਲਾ ਮੁੰਡਾ ਨਹੀਂ ਆ। ਸੁਣਿਆ ਤੂੰ? ਮੈਂ ਤੈਨੂੰ ਡਰਾਂਦਾ ਨਹੀਂ ਪਿਆ। ਪਰ ਤੂੰ ਹੈ ਕੌਣ ਤੇ ਇਹ ਆਵਾਜ਼ ਕਿੱਥੋਂ ਆਉਂਦੀ ਪਈ ਹੈ? ਮੈਂ ਉਹੀ ਡਮਰੂ ਬੋਲਣਾ ਪਿਆ ਜਿਹਨੂੰ ਤੂੰ ਵਜਾਂਦਾ ਪਿਆ ਹੈ। ਠੀਕ ਹੈ, ਮੈਂ ਨਹੀਂ ਵਜਾਊਂਗਾ, ਮੈਨੂੰ ਮਾਫ ਕਰ ਦੇ। ਅਰੇ ਨਹੀਂ ਨਹੀਂ ਵਿਨੋਦ, ਮੈਂ ਤਾਂ ਕਹਿ ਰਿਹਾ ਹਾਂ ਕਿ ਤੇਰੀ ਜੋ ਵੀ ਇੱਛਾ ਹੈ ਤੂੰ ਮੈਨੂੰ ਦੱਸ, ਮੈਂ ਉਹ ਪੂਰੀ ਕਰਾਂਗਾ। ਮੈਂ ਕਿਉਂ ਯਕੀਨ ਕਰਾਂ ਤੇਰੀਆਂ ਗੱਲਾਂ ਤੇ? ਮੈਨੂੰ ਜੋ ਕੋਈ ਵੀ 3 ਵਾਰੀ ਵਜਾਉਂਦਾ ਹੈ ਮੈਂ ਉਹਦੀ ਹਰ ਇੱਛਾ ਪੂਰੀ ਕਰਨਾ। ਜੇ ਇਹ ਗੱਲ ਹੈ ਤਾਂ ਸਭ ਤੋਂ ਪਹਿਲਾਂ ਮੈਨੂੰ ਸਵਾਦ ਖਾਣਾ ਖਵਾ। ਮੈਨੂੰ ਬੜੀ ਭੁੱਖ ਲੱਗੀ ਆ। ਐ ਲੈ ਤੇਰੇ ਲਈ ਸਵਾਦ ਖਾਣਾ। ਵਿਨੋਦ ਦੇ ਸਾਹਮਣੇ ਖਾਣੇ ਨਾਲ ਭਰੀ ਹੋਈ ਥਾਲੀ ਆ ਜਾਂਦੀ ਹੈ। ਵਿਨੋਦ ਕਹਿੰਦਾ ਹੈ, ਮੈਂ ਜੋ ਵੀ ਮੰਗੂੰਗਾ ਕੀ ਤੂੰ ਮੈਨੂੰ ਉਹੀ ਦਵੇਂਗਾ? ਹਾਂ ਹਾਂ ਬਿਲਕੁਲ, ਜੋ ਵੀ ਤੇਰੇ ਮਨ ਵਿੱਚ ਹੈ ਤੂੰ ਮੈਨੂੰ ਦੱਸ ਦੇਈਂ, ਮੈਂ ਤੈਨੂੰ ਦੇ ਦਿਆਂਗਾ। ਪਹਿਲੇ ਤਾਂ ਮੈਂ ਇਹ ਖਾਣਾ ਖਾ ਲਵਾਂ, ਫਿਰ ਦੱਸਦਾ। ਖਾਣਾ ਖਾਣ ਦੇ ਬਾਅਦ ਵਿਨੋਦ ਨੇ ਡਮਰੂ ਨੂੰ ਕਿਹਾ, ਅਜੇ ਤੇ ਮੇਰੇ ਕੋਲ ਜ਼ਿਆਦਾ ਪੈਸੇ ਨਹੀਂ ਹੈ। ਮੇਰੀ ਕਹਾਣੀ ਇਹ ਹੈ ਕਿ ਮੈਂ ਜਿੱਥੇ ਵੀ ਨੌਕਰੀ ਦੇ ਲਈ ਜਾਂਦਾ ਹਾਂ ਮੈਨੂੰ ਕੋਈ ਬੁਲਾਉਂਦਾ ਨਹੀਂ। ਮੈਂ 30 ਸਾਲ ਦਾ ਹੋ ਗਿਆ ਹਾਂ, ਮੈਂ ਕੀ ਕਰਾਂ? ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਆਪਣਾ ਸਾਰਾ ਦੁੱਖ ਮੈਨੂੰ ਦੱਸ ਦੇ ਵਿਨੋਦ, ਮੈਂ ਸਭ ਕੁਝ ਠੀਕ ਕਰ ਦਿਆਂਗਾ। ਸਭ ਤੋਂ ਪਹਿਲਾਂ ਤਾਂ ਮੇਰਾ ਪਿੰਡ ਵਾਲਾ ਮਕਾਨ ਪੱਕਾ ਬਣ ਜਾਵੇ ਤੇ ਮੇਰੇ ਪਿਤਾ ਜੀ ਕੋਲ ਪਿੰਡ ਵਿੱਚੋਂ ਜ਼ਿਆਦਾ ਜ਼ਮੀਨ ਹੋਵੇ, ਕਿਉਂਕਿ ਉਹਨਾਂ ਨੇ ਪੂਰੀ ਜ਼ਿੰਦਗੀ ਲੋਕਾਂ ਦੇ ਖੇਤਾਂ ਵਿੱਚ ਹੀ ਕੰਮ ਕੀਤਾ ਹੈ। ਵੇਖ, ਮੈਂ ਤੇਰੀਆਂ ਸਾਰੀਆਂ ਖੁਆਇਸ਼ਾਂ ਪੂਰੀ ਕਰ ਦਿੱਤੀਆਂ ਨੇ। ਹੋਰ ਕੋਈ ਚਿੰਤਾ ਹੈ ਤੇ ਉਹ ਵੀ ਦੱਸ ਦੇ। ਸ਼ਹਿਰ ਵਿੱਚ ਮੇਰਾ ਇੱਕ ਘਰ ਹੋਵੇ, ਗੱਡੀ ਹੋਵੇ, ਸਾਰੇ ਸੁੱਖ ਸਹੂਲਤਾਂ ਹੋਣ। ਮੇਰੇ ਕੋਲ ਵੀ ਇੰਨਾ ਪੈਸਾ ਹੋਵੇ ਕਿ ਮੈਂ ਆਪਣਾ ਕੋਈ ਬਿਜ਼ਨਸ ਸ਼ੁਰੂ ਕਰਾਂ ਤੇ ਲੋਕਾਂ ਨੂੰ ਕੰਮ ਦੇ ਸਕਾਂ। ਕੀ ਇਹ ਮੇਰੀਆਂ ਖੁਆਇਸ਼ਾਂ ਪੂਰੀਆਂ ਹੋ ਸਕਦੀਆਂ ਨੇ? ਹਾਂ, ਤੇਰੀਆਂ ਸਾਰੀਆਂ ਮਨੋਕਾਮਨਾਵਾਂ ਪੂਰੀ ਹੋ ਗਈਆਂ ਨੇ, ਤੂੰ ਚਿੰਤਾ ਨਾ ਕਰ। ਤੇ ਆਖਰੀ ਇੱਛਾ ਇਹ ਹੈ ਕਿ ਤੂੰ ਮੇਰੇ ਨਾਲ ਮੇਰੇ ਕੋਲ ਰਵੇਂ, ਤਾਂ ਕਿ ਜ਼ਿੰਦਗੀ ਵਿੱਚ ਜਦੋਂ ਕੋਈ ਪਰੇਸ਼ਾਨੀ ਆਵੇ ਤੇ ਤੂੰ ਮੈਨੂੰ ਰਾਹ ਦਿਖਾਵੇਂ, ਇੱਕ ਸੱਚੇ ਦੋਸਤ ਦੀ ਤਰ੍ਹਾਂ। ਜਦੋਂ ਸਾਰੇ ਲੋਕ ਮੈਨੂੰ ਤਾਨੇ ਮਾਰਦੇ ਸੀ ਉਸ ਵੇਲੇ ਤੂੰ ਮੇਰੀ ਮਦਦ ਕੀਤੀ। ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਹਮੇਸ਼ਾ ਮੇਰੇ ਨਾਲ ਰਵੇਂ। ਵਿਨੋਦ, ਤੂੰ ਮੈਨੂੰ ਦੋਸਤ ਕਿਹਾ ਹੈ, ਹੁਣ ਮੈਂ ਕਦੀ ਤੇਰਾ ਸਾਥ ਨਹੀਂ ਛੱਡਾਂਗਾ। ਵਿਨੋਦ ਉਸ ਡਮਰੂ ਨੂੰ ਲੈ ਕੇ ਘਰ ਜਾਂਦਾ ਹੈ। ਸਾਰਾ ਕੁਝ ਬਦਲ ਚੁੱਕਿਆ ਹੈ। ਨਵਾਂ ਮਕਾਨ, ਜ਼ਮੀਨ, ਖੇਤ। ਘਰ ਵਿੱਚ ਪਿਤਾ ਜੀ ਵਿਨੋਦ ਨੂੰ ਉਡੀਕ ਰਹੇ ਸਨ। ਵਿਨੋਦ, ਸਭ ਕੁਝ ਬਦਲ ਗਿਆ ਹੈ। ਨਵਾਂ ਮਕਾਨ, ਖੇਤ, ਜ਼ਮੀਨਾਂ। ਮੈਨੂੰ ਸਮਝ ਹੀ ਨਹੀਂ ਆ ਰਹੀ ਹੈ ਪੁੱਤਰ, ਇਹ ਸਭ ਹੋਇਆ ਕਿਵੇਂ? ਪਿਤਾ ਜੀ, ਇਹ ਸਾਰਾ ਕੁਝ ਇਸ ਡਮਰੂ ਕਰਕੇ ਹੁੰਦਾ ਪਿਆ ਹੈ। ਵਿਨੋਦ ਨੇ ਪਿਤਾ ਜੀ ਨੂੰ ਡਮਰੂ ਦੀ ਸਾਰੀ ਦਾਸਤਾਨ ਦੱਸੀ। ਮੈਂ ਤਾਂ ਬਸ ਕਹਾਣੀਆਂ ਵਿੱਚ ਹੀ ਚਮਤਕਾਰ ਦੇ ਬਾਰੇ ਸੁਣਿਆ ਸੀ, ਅਸਲੀਅਤ ਵਿੱਚ ਵੀ ਚਮਤਕਾਰ ਹੁੰਦਾ ਹੈ, ਇਹ ਤੇ ਅੱਜ ਪਹਿਲੀ ਵਾਰੀ ਵੇਖਿਆ ਹੈ ਮੈਂ। ਪਿਤਾ ਜੀ, ਇਹ ਸਾਡੇ ਲਈ ਰੱਬ ਦਾ ਰੂਪ ਹੀ ਹੈ। ਹਾਂ ਹਾਂ ਪੁੱਤਰ, ਰੱਬ ਨੇ ਆਖਿਰ ਸਾਡੀ ਦੋਵਾਂ ਦੀ ਸੁਣਨੀ ਲਈ ਹੈ। ਬਸ ਇੱਕੋ ਹੀ ਗੱਲ ਦਾ ਤੁਸੀਂ ਦੋਵੇਂ ਧਿਆਨ ਰੱਖਿਓ, ਕਿਸੇ ਨੂੰ ਵੀ ਇਹ ਨਾ ਦੱਸਿਓ ਕਿ ਇਹ ਚਮਤਕਾਰ ਹੋਇਆ ਕਿਵੇਂ, ਨਹੀਂ ਤਾਂ ਸਾਰਾ ਕੁਝ ਪਹਿਲਾਂ ਵਰਗਾ ਹੀ ਹੋ ਜਾਵੇਗਾ। ਨਹੀਂ ਨਹੀਂ, ਅਸੀਂ ਕਿਸੇ ਨੂੰ ਕੁਝ ਨਹੀਂ ਦੱਸਾਂਗੇ। ਹਾਂ ਹਾਂ, ਨਹੀਂ ਦੱਸਾਂਗੇ। ਉਸ ਤੋਂ ਬਾਅਦ ਵਿਨੋਦ ਨੇ ਪਿੰਡ ਵਿੱਚ ਆਪਣੀ ਜ਼ਮੀਨ ਉੱਤੇ ਇੱਕ ਸ਼ੂਗਰ ਦੀ ਫੈਕਟਰੀ ਲਾ ਦਿੱਤੀ, ਜਿੱਥੇ ਉਸਨੇ ਪਿੰਡ ਦੇ ਕਈ ਲੋਕਾਂ ਨੂੰ ਰੋਜ਼ਗਾਰ ਦਿੱਤਾ। ਹੁਣ ਤਾਂ ਸ਼ਹਿਰ ਗਏ ਹੋਏ ਉਹਦੇ ਸਾਰੇ ਦੋਸਤ ਵੀ ਉਹਦੇ ਨਾਲ ਕੰਮ ਕਰਨ ਲੱਗ ਪਏ। ਪਿਤਾ ਜੀ ਹੁਣ ਬੜੀ ਸ਼ਾਨ ਨਾਲ ਪਿੰਡ ਵਿੱਚ ਘੁੰਮਦੇ ਹਨ। ਹੈ ਵਿਨੋਦ ਪੁੱਤਰ, ਤੂੰ ਇਹ ਸਾਰਾ ਕੁਝ ਕਰ ਕਿਵੇਂ ਲਿਆ? ਤੂੰ ਤੇ ਪਿੰਡ ਦਾ ਨਾਂ ਹੀ ਰੋਸ਼ਨ ਕਰ ਦਿੱਤਾ। ਪਰ ਵਿਨੋਦ, ਤੇਰੇ ਕੋਲ ਇੰਨੇ ਪੈਸੇ ਆਏ ਕਿੱਥੋਂ? ਚਾਚੀ, ਸ਼ਹਿਰ ਵਿੱਚ ਮੇਰੀ ਲਾਟਰੀ ਲੱਗ ਗਈ ਸੀ, ਉੱਥੋਂ ਹੀ ਇਹ ਸਾਰੇ ਪੈਸੇ ਆਏ ਨੇ। ਵਿਨੋਦ ਤੇ ਉਹਦੇ ਪਿਤਾ ਨੇ ਸਾਰਿਆਂ ਨੂੰ ਇਹ ਗੱਲ ਦੱਸੀ ਕਿ ਸ਼ਹਿਰ ਵਿੱਚ ਵਿਨੋਦ ਦੀ ਲੋਟਰੀ ਲੱਗੀ ਹੈ, ਐਸੇ ਕਰਕੇ ਉਹਦੇ ਕੋਲ ਇੰਨੇ ਸਾਰੇ ਪੈਸੇ ਆ ਗਏ ਨੇ। ਵੇਖਦੇ ਵੇਖਦੇ ਵਿਨੋਦ ਦਾ ਨਾਂ ਉੱਥੋਂ ਦੇ ਅਮੀਰਾਂ ਵਿੱਚ ਸ਼ਾਮਿਲ ਹੋ ਗਿਆ। ਇਸ ਲਈ ਕਹਿੰਦੇ ਨੇ, ਰੱਬ ਦੇ ਘਰ ਦੇਰ ਹੈ ਹਨੇਰ ਨਹੀਂ।